परम सत्कारयोग साध संगत जी, सारी रसना पवित्र करिए ते आखिए धन श्री सतगुरु जगजीत सिंह जी, धन श्री सतगुरु उदय सिंह जी। रविदास भगत जी की साखी का आनंद माणांगे। भगत रविदास जी सुपत्नी सने बरखा धुप ठंड आदक वड्डे कष्ट शरीर उत्ते सहारदे, पर हिरदे विच सील ते प्रेम करके ਵੱਡੇ ਹੀ ਸੁਖ ਪਾ ਰਹੇ ਸਨ। ਉਹਨਾਂ ਦੀ ਅਜਿਹੀ ਦਸ਼ਾ ਵੇਖ ਕੇ ਪਿਆਰੇ ਹਰੀ ਭਗਵਾਨ ਜੀ ਨੇ ਇੱਕ ਭਗਤ ਦਾ ਭੇਖ ਧਾਰ ਲਿਆ ਅਤੇ ਇਹਨਾਂ ਦੇ ਘਰ ਆ ਗਏ। ਇਹਨਾਂ ਦੋਹਾਂ ਜੀਆਂ ਨੇ ਉਹਨਾਂ ਦੀ ਵੱਡੀ ਆਓ ਭਗਤ ਕੀਤੀ ਅਤੇ ਵੀ ਤੋਂ ਵੱਧ ਕੇ ਖਾਣ ਪੀਣ ਦੀ ਸੇਵਾ ਕੀਤੀ ਤਾਂ ਪ੍ਰਭੂ ਨੇ ਪ੍ਰਸੰਨ ਹੋ ਕੇ ਇਹਨਾਂ ਨੂੰ ਪਾਰਸ ਦਾ ਵੱਟਾ ਦੇ ਦਿੱਤਾ ਅਤੇ ਕਿਹਾ, ਇਸ ਨੂੰ ਸੰਭਾਲ ਕੇ ਰੱਖਣਾ, ਇਹ ਵੱਡੀ ਦੁਰਲਭ ਚੀਜ਼ ਹੈ, ਇਹ ਲੋਹੇ ਨੂੰ ਸੋਨਾ ਕਰ ਦਿੰਦਾ ਹੈ, ਇਸ ਨਾਲ ਜਿੰਨਾ ਚਾਹੋ ਧਨ ਇਕੱਠਾ ਕਰ ਲਓ। ਭਗਤ ਰਵਿਦਾਸ ਜੀ ਨੇ ਕਿਹਾ, ਮੇਰਾ ਧਨ ਤਾਂ ਰਾਮ ਦਾ ਨਾਮ ਹੈ, ਇਸ ਪੱਥਰ ਨਾਲ ਮੇਰਾ ਕੰਮ ਪੂਰਾ ਨਹੀਂ ਹੋਣ ਲੱਗਾ, ਕਿਉਂਕਿ ਰੁਪਏ ਪੈਸੇ ਤਾਂ ਮੈਂ ਚਾਹੁੰਦਾ ਹੀ ਨਹੀਂ, ਸਗੋਂ ਹਰ ਸੇਵਾ ਤੋਂ ਆਪਣਾ ਤਨ ਮਨ ਤੇ ਇਸਤਰੀ ਰੂਪ ਧਨ ਨੂੰ ਵਾਰ ਦੇਣਾ ਚਾਹੁੰਦਾ ਹਾਂ। ਭਗਤ ਰਵਿਦਾਸ ਜੀ ਦਾ ਇਹ ਕਹਿਣਾ ਸੁਣ ਕੇ ਪਾਰਸ ਦੇਣ ਵਾਲੇ ਭਗਤ ਜਨ ਨੇ ਵਿਚਾਰ ਕੀਤਾ ਕਿ ਭਾਵੇਂ ਮੈਂ ਇਸ ਪਾਰਸ ਦਾ ਮਹੱਤਵ ਕਹਿ ਚੁੱਕਾ ਹਾਂ, ਪਰ ਇਸ ਨੂੰ ਪ੍ਰਤੀਤ ਨਹੀਂ ਆਈ, ਇਸ ਲਈ ਉਸ ਨੇ ਇਹਨਾਂ ਦੀ ਰੰਬੀ ਨਾਲ ਪੱਥਰ ਛੁਹਾ ਦਿੱਤਾ ਤੇ ਉਸ ਨੂੰ ਸੋਨਾ ਕਰਕੇ ਵਿਖਾਇਆ ਅਤੇ ਫਿਰ ਉਹ ਪਾਰਸ ਭਗਤ ਜੀ ਨੂੰ ਦੇ ਕੇ ਕਿਹਾ, ਲਓ ਜਦੋਂ ਲੋੜ ਹੋਵੇ ਇਸ ਤਰ੍ਹਾਂ ਸੋਨਾ ਬਣਾ ਲੈਣਾ ਤੇ ਘਰ ਦਾ ਚੰਗਾ ਖੁੱਲ੍ਹਾ ਨਿਰਵਾਹ ਕਰੋ। ਭਗਤ ਜੀ ਨੇ ਫਿਰ ਕਿਹਾ, ਮੈਨੂੰ ਇਹ ਨਹੀਂ ਚਾਹੀਦਾ। ਤਾਂ ਮਹਾਤਮਾ ਜਨ ਨੇ ਕਿਹਾ, ਕਿਰਪਾ ਕਰਕੇ ਰੱਖ ਲਓ, ਮੈਂ ਫਿਰ ਲੈ ਜਾਵਾਂਗਾ। ਉਸਨੇ ਮਨ ਵਿੱਚ ਇਹ ਸਮਝ ਲਿਆ ਕਿ ਮੇਰੇ ਪਿੱਛੋਂ ਆਪੇ ਸੋਨਾ ਬਣਾ ਕੇ ਜਮ੍ਹਾਂ ਕਰ ਲਏਗਾ। ਕਲਯੁਗ ਵਿੱਚ ਅਜਿਹਾ ਕਿਹੜਾ ਪੁਰਸ਼ ਹੈ ਜੋ ਧਨ ਅਤੇ ਫਿਰ ਸੋਨਾ ਨਹੀਂ ਚਾਹੁੰਦਾ। ਇਹ ਐਵੇਂ ਉੱਪਰੋਂ ਨਾ ਕਰਦਾ ਹੈ, ਪਰ ਜਦ ਛੱਡ ਜਾਵਾਂਗਾ ਤਾਂ ਫਿਰ ਆਪੇ ਬਣਾ ਲਏਗਾ। ਦੂਜਾ, ਇਸਨੇ ਇਹ ਵੀ ਵਿਚਾਰ ਕਰ ਲਿਆ ਕਿ ਸੰਤ ਜਨਾਂ ਦੀ ਸੇਵਾ ਕਰਨ ਵਾਲੇ ਗ੍ਰਹਸਥੀ ਭਗਤ ਜਨ ਸੰਤਾਂ ਪਾਸੋਂ ਕੋਈ ਵਸਤੂ ਲੈਂਦੇ ਨਹੀਂ, ਸਗੋਂ ਦੇ ਦਿੰਦੇ ਹਨ। ਇਸੇ ਲਈ ਇਹ ਵੀ ਸਾਥੋਂ ਨਹੀਂ ਲੈਂਦਾ, ਇਸ ਕੋਲ ਅਮਾਨਤ ਕਰਕੇ ਰੱਖ ਜਾਵਾਂ ਤਾਂ ਹੀ ਇਹ ਲਏਗਾ ਅਤੇ ਮਗਰੋਂ ਸੋਨਾ ਵੀ ਬਣਾ ਲਿਆ ਕਰੇਗਾ। ਅਜਿਹਾ ਵਿਚਾਰ ਕੇ ਹੀ ਉਸਨੇ ਕਿਹਾ, ਕਿਰਪਾ ਕਰਕੇ ਰੱਖ ਤਾਂ ਛੱਡੋ, ਜਦੋਂ ਮੈਂ ਤੀਰਥ ਯਾਤਰਾ ਕਰਕੇ ਆਵਾਂਗਾ ਤਾਂ ਲੈ ਜਾਵਾਂਗਾ। ਭਗਤ ਜੀ ਨੇ ਕਿਹਾ, ਉਹ ਸਾਹਮਣੇ ਠਾਕੁਰ ਜੀ ਦਾ ਛੱਪਰ ਹੈ, ਉਸ ਵਿੱਚ ਕਿਸੇ ਜਗ੍ਹਾ 'ਤੇ ਟੁੰਗ ਜਾਵੋ ਅਤੇ ਫਿਰ ਜਦੋਂ ਆਓਗੇ ਤਾਂ ਆਪੇ ਹੀ ਕੱਢ ਲੈ ਜਾਣਾ। ਉਹਨਾਂ ਮਹਾਂਪੁਰਸ਼ਾਂ ਨੇ ਵਿਚਾਰ ਲਿਆ ਕਿ ਆਪਣੇ ਆਪ ਨੂੰ ਨਿਰਚਾਹ ਕਹਾਉਣ ਵਾਲੇ ਪਹਿਲੇ ਤਾਂ ਅਜਿਹਾ ਹੀ ਵਰਤਾਵ ਕਰਦੇ ਹਨ, ਪਰ ਮਗਰੋਂ ਉਸ ਧਨ ਵਿੱਚ ਮੱਖੀ ਵਾਂਗੂ ਗੁੜ ਵਿੱਚ ਹੀ ਫਸ ਜਾਂਦੇ ਹਨ, ਜਿਸ ਨੂੰ ਪਹਿਲੇ ਨਾ ਕਰਦੇ ਸਨ। ਚੰਗਾ ਵੇਖੀ ਜਾਓ। ਰਵਿਦਾਸ ਜੀ ਦਾ ਕਿਹਾ ਮੰਨ ਕੇ ਉਹਨਾਂ ਨੇ ਠਾਕੁਰ ਜੀ ਦੇ ਛੱਪਰ ਵਿੱਚ ਪਾਰਸ ਟੁੰਗ ਦਿੱਤਾ ਅਤੇ ਆਪ ਟੁਰਦੇ ਹੋਏ ਪਾਰਸ ਨੂੰ ਛੱਪਰ ਵਿੱਚ ਟੁੰਗ ਕੇ ਭਗਵਾਨ ਚਲੇ ਗਏ ਅਤੇ 13 ਮਹੀਨਿਆਂ ਮਗਰੋਂ ਫਿਰ ਉਸੇ ਰੂਪ ਵਿੱਚ ਆਏ। ਆ ਕੇ ਬੜੀ ਪ੍ਰੀਤੀ ਕਰਕੇ ਕਹਿਣ ਲੱਗੇ, ਰਵਿਦਾਸ ਉਸ ਪਾਰਸ ਦੀ ਗੱਲਬਾਤ ਦੱਸ। ਭਗਤ ਜੀ ਨੇ ਹੱਥ ਜੋੜ ਕੇ ਕਿਹਾ, ਭਗਵਾਨ ਉਸੇ ਜਗ੍ਹਾ ਤੋਂ ਚੁੱਕ ਲਵੋ, ਮੈਂ ਉਸ ਨੂੰ ਵੇਖਿਆ ਵੀ ਨਹੀਂ ਹੈ, ਹੁਣ ਆਪ ਮੇਰੀ ਪ੍ਰੀਖਿਆ ਨਾ ਕਰੋ, ਜਿਵੇਂ ਚਾਹੋ ਉਸ ਨੂੰ ਵਰਤੋ, ਮੈਨੂੰ ਤਾਂ ਉਸ ਤੋਂ ਡਰ ਲੱਗਦਾ ਹੈ। ਮਹਾਤਮਾ ਜੀ ਪਾਰਸ ਨੂੰ ਲੈ ਕੇ ਤੁਰਦੇ ਹੋਏ ਤਾਂ ਇੱਕ ਹੋਰ ਨਵਾਂ ਕੌਤਕ ਵਰਤ ਗਿਆ, ਉਹ ਵੀ ਸੁਣੋ। ਭਗਤ ਜੀ ਜਦੋਂ ਠਾਕੁਰ ਜੀ ਦੀ ਸੇਵਾ ਪੂਜਾ ਕਰਨ ਲੱਗਦੇ ਅਤੇ ਠਾਕੁਰ ਜੀ ਦੇ ਸਿੰਘਾਸਨ ਨੂੰ ਝਾੜਦੇ ਤਾਂ ਆਸਨ ਦੇ ਹੇਠੋਂ 5 ਮੋਹਰਾਂ ਰੋਜ਼ ਮਿਲ ਜਾਣ। ਇਹ ਮੋਹਰਾਂ ਵੇਖ ਕੇ ਆਪ ਸੇਵਾ ਤੋਂ ਵੀ ਡਰਨ ਲੱਗ ਪਏ। ਤਾਂ ਰਾਤ ਵੇਲੇ ਸੁੱਤੇ ਪਏ ਭਗਤ ਜੀ ਨੂੰ ਹਰੀ ਨੇ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ, ਤੂੰ ਡਰ ਨਾ, ਇਹ ਮੋਹਰਾਂ ਮੈਂ ਤੈਨੂੰ ਦਿੰਦਾ ਹਾਂ, ਤੂੰ ਹੱਥ ਛੱਡ ਦੇ ਅਤੇ ਮੇਰੀ ਮਰਜ਼ੀ ਵਿੱਚ ਆਪਣੇ ਆਪ ਨੂੰ ਰੱਖ,
ਜੇ ਤੂੰ ਇਸ ਤਰ੍ਹਾਂ ਸਰੀਰ ਕਰਕੇ ਦੁਖੀ ਰਹੇਗਾ ਤਾਂ ਇਹ ਦੁੱਖ ਮੈਨੂੰ ਦੁਖੀ ਕਰੇਗਾ। ਇਸ ਮਾਇਆ ਨੂੰ ਲੈ ਕੇ ਸਰੀਰਿਕ ਸੁੱਖਾਂ ਦੇ ਸਾਧਨ ਕਰਕੇ ਸੁੱਖ ਦੀ ਜ਼ਿੰਦਗੀ ਬਸਰ ਕਰ ਤਾਂ ਕਿ ਮੈਨੂੰ ਵੀ ਸੁੱਖ ਮਿਲੇ। ਭਗਤ ਰਵਿਦਾਸ ਜੀ ਨੇ ਪ੍ਰਭੂ ਦੀ ਆਗਿਆ ਮੰਨ ਲਈ ਅਤੇ ਨਿੱਤ ਦੀਆਂ ਮੋਹਰਾਂ ਲੈਣ ਲੱਗ ਪਏ। ਫਿਰ ਇੱਕ ਨਵੀਂ ਜਗ੍ਹਾ ਮੁੱਲ ਲੈ ਕੇ ਉੱਥੇ ਸੰਤਾਂ ਦੇ ਵਸਣ ਵਾਸਤੇ ਮੰਦਰ ਬਣਵਾਇਆ। ਫਿਰ ਹਰੀ ਮੰਦਰ ਬਣਵਾਇਆ। ਉਸ ਵਿੱਚ ਕਈ ਤਰ੍ਹਾਂ ਦਾ ਸੁੰਦਰ ਚੰਦੋਆ ਬਣਵਾ ਕੇ ਤਾਨ ਦਿੱਤਾ। ਹੋਰ ਵੀ ਧੁਜਾ ਪਤਾਕਾ ਬੰਧਨ ਵਾਰ ਆਦਿਕ ਸਾਰੇ ਸਾਧਨ ਜੋ ਪ੍ਰਮਾਣਿਕ ਮੰਨੇ ਹੋਏ ਹਨ ਸਭ ਇਕੱਠੇ ਕਰ ਲਏ। ਇਹੋ ਗੱਲ ਜਾਣੀ ਗਈ ਸੀ ਕਿ ਇਹ ਭਗਤੀ ਮਹਾਰਾਣੀ ਦੀ ਪੂਰੀ ਹੈ। ਅਜਿਹਾ ਸਥਾਨ ਬਣ ਜਾਣ ਕਰਕੇ ਸਾਰੇ ਜਗਤ ਵਿੱਚ ਜਸ ਫੈਲ ਗਿਆ। ਅਨੇਕਾਂ ਆਦਮੀ ਉਸ ਹਰਿਮੰਦਰ ਤੇ ਭਗਤ ਜੀ ਦੇ ਦਰਸ਼ਨ ਨੂੰ ਆਉਂਦੇ, ਜਿਸ ਵਿੱਚ ਅਨੇਕਾਂ ਤਰ੍ਹਾਂ ਦੇ ਰਾਗ ਰੰਗ ਹੁੰਦੇ ਤੇ ਅਨੇਕ ਤਰ੍ਹਾਂ ਦੇ ਭੋਗ ਲਗਾਏ ਜਾਂਦੇ। ਭਗਤ ਜੀ ਦਾ ਅਜਿਹਾ ਪ੍ਰਤਾਪ ਵੇਖ ਕੇ ਬ੍ਰਾਹਮਣਾਂ ਦੇ ਮਨ ਵਿੱਚ ਈਰਖਾ ਦਾ ਰੋਗ ਪੈਦਾ ਹੋ ਗਿਆ, ਜੋ ਉਹਨਾਂ ਦੇ ਸਾਰੇ ਹੀ ਸਰੀਰ ਵਿੱਚ ਖਿਲਰ ਗਿਆ। ਸੱਚ ਹੈ, ਇਹ ਸਭ ਮੇਰੇ ਪ੍ਰਭੂ ਦੀ ਆਗਿਆ ਵਿੱਚ ਹੋ ਰਿਹਾ ਹੈ, ਕਿਉਂਕਿ ਉਹ ਵੱਡੇ ਹੀ ਮੌਜੀ ਹਨ। ਕਦੇ ਤਾਂ ਭਗਤ ਜੀ ਇੱਕ ਛੰਨ ਬਣਾ ਕੇ ਉਸ ਵਿੱਚ ਰਹਿੰਦੇ ਸਨ, ਪਰ ਅੱਜ ਘਰ ਮਹਲ ਤੇ ਹਰੀ ਮੰਦਰ ਬਣ ਗਿਆ ਹੈ। ਇਹ ਸਭ ਉਹਨਾਂ ਦੀ ਲੀਲਾ ਹੈ। ਉਹਨਾਂ ਨੇ ਹੀ ਬ੍ਰਾਹਮਣਾਂ ਨੂੰ ਪ੍ਰੇਰ ਦਿੱਤਾ ਹੈ, ਜਿਸ ਕਰਕੇ ਉਹ ਭਗਤ ਜੀ ਨਾਲ ਈਰਖਾ ਕਰਨ ਲੱਗ ਪਏ ਹਨ। ਤਦੇ ਹੀ ਤਾਂ ਜਗਤ ਗੁਰੂ ਜੀ ਨੇ ਫਰਮਾਇਆ ਹੈ, ਚੋਜੀ ਮੇਰੇ ਪਿਆਰਿਆ ਚੋਜੀ ਮੇਰੇ ਗੋਬਿੰਦਾ, ਹਰ ਪ੍ਰਭ ਮੇਰਾ ਚੋਜੀ ਜਿਉ, ਆਪੇ ਕਾਨ ਉਪਾਇਦਾ ਮੇਰੇ ਗੋਬਿੰਦਾ, ਆਪੇ ਗੋਪੀ ਖੋਜੀ ਜਿਉ। ਬੜੀ ਹੀ ਪ੍ਰੀਤ ਰਸ ਦੇ ਨਾਲ ਰਵਿਦਾਸ ਜੀ ਹਰੀ ਦੀ ਸੇਵਾ ਕਰਦੇ ਅਤੇ ਘਰ ਦੇ ਵਿੱਚ ਹੀ ਲੁਕਾ ਕੇ ਆਪਣੇ ਆਪ ਨੂੰ ਰੱਖਦੇ। ਲੋਕਾਂ ਨੂੰ ਖੁਸ਼ ਕਰਨ ਦੇ ਸਾਰੇ ਕਾਰ ਵਿਹਾਰ ਛੱਡ ਦਿੱਤੇ ਹੋਏ ਸਨ। ਚੋਜੀ ਪ੍ਰੀਤਮ ਨੇ ਬ੍ਰਾਹਮਣਾਂ ਦੇ ਹਿਰਦੇ ਪ੍ਰੇਰ ਦਿੱਤੇ। ਕਰਤਾਰ ਦੀ ਪ੍ਰੇਰਨਾ ਨਾਲ ਬ੍ਰਾਹਮਣਾਂ ਨੇ ਜਾ ਕੇ ਬਾਦਸ਼ਾਹ ਕੋਲ ਪੁਕਾਰ ਕਰ ਦਿੱਤੀ ਅਤੇ ਬਾਦਸ਼ਾਹ ਦੀ ਭਰੀ ਸਭਾ ਦੇ ਵਿੱਚ ਬ੍ਰਾਹਮਣਾਂ ਨੇ ਰਵਿਦਾਸ ਜੀ ਨੂੰ ਗਾਲੀਆਂ ਦਿੱਤੀਆਂ ਕਿ ਨੀਚ ਰਵਿਦਾਸ ਠਾਕੁਰ ਜੀ ਦੀ ਪੂਜਾ ਭਗਤੀ ਕਰਦਾ ਹੈ, ਆਪਣੇ ਪੈਰ ਧੋ ਧੋ ਕੇ ਖੱਤਰੀਆਂ ਨੂੰ ਪਿਆਉਂਦਾ ਹੈ। ਇਸ ਨੇ ਸਭ ਦਾ ਧਰਮ ਭ੍ਰਸ਼ਟ ਕਰ ਦਿੱਤਾ ਹੈ। ਬ੍ਰਾਹਮਣਾਂ ਦੀ ਪੁਕਾਰ ਸੁਣ ਕੇ ਬਾਦਸ਼ਾਹ ਨੇ ਭਗਤ ਜੀ ਨੂੰ ਬੁਲਾਇਆ ਅਤੇ ਕਹਿਣ ਲੱਗਾ, ਪੰਡਤਾਂ ਨੇ ਤੁਹਾਡੇ ਉੱਤੇ ਪੁਕਾਰ ਕੀਤੀ ਹੈ, ਪਰ ਮੈਂ ਤੁਸਾਂ ਦੋਹਾਂ ਦਾ ਨਿਆਂ ਨਹੀਂ ਕਰ ਸਕਦਾ, ਕਿਉਂਕਿ ਬ੍ਰਾਹਮਣ ਕਹਿੰਦੇ ਹਨ ਰਵਿਦਾਸ ਨੂੰ ਪ੍ਰਭੂ ਪੂਜਾ ਸੇਵਾ ਦਾ ਕੋਈ ਹੱਕ ਨਹੀਂ ਹੈ। ਇਸ ਗੱਲ ਦਾ ਨਿਰਣਾ ਹੋਣਾ ਮੇਰੀ ਪਹੁੰਚ ਤੋਂ ਪਰੇ ਹੈ, ਪਰ ਮੈਂ ਇਸ ਦਾ ਨਿਆਂ ਪ੍ਰਭੂ ਦੇ ਹੀ ਸਪੁਰਦ ਕਰਦਾ ਹਾਂ। ਦਰਿਆਓ ਦੇ ਪਾਰਲੇ ਕੰਢੇ ਉੱਤੇ ਠਾਕੁਰ ਜੀ ਦੀ ਚੌਂਕੀ ਰਖਵਾ ਦਿੱਤੀ ਹੈ। ਉਰਾਰ ਦੇ ਕੰਢੇ ਉੱਤੇ ਬੈਠ ਕੇ ਤੁਸੀਂ ਅਤੇ ਬ੍ਰਾਹਮਣ ਠਾਕੁਰ ਜੀ ਨੂੰ ਬੁਲਾਓ। ਜਿਸ ਦੇ ਕੋਲ ਠਾਕੁਰ ਜੀ ਆ ਜਾਣਗੇ ਉਸੇ ਨੂੰ ਹੀ ਪੂਜਾ ਸੇਵਾ ਦਾ ਅਧਿਕਾਰ ਹੈ। ਮੈਂ ਕਿਸੇ ਦੀ ਜ਼ਬਾਨੀ ਗੱਲਬਾਤ ਸੁਣ ਕੇ ਇਸ ਗੱਲ ਦਾ ਫੈਸਲਾ ਹੀ ਨਹੀਂ ਕਰ ਸਕਦਾ। ਜਿਸ ਦੀ ਸੇਵਾ ਪੂਜਾ ਠਾਕੁਰ ਜੀ ਨੂੰ ਨਾ ਭਾਉਂਦੀ ਹੋਵੇਗੀ ਉਸ ਦੇ ਕੋਲ ਉਹ ਨਹੀਂ ਆਉਣਗੇ। ਜੇ ਤੁਸਾਂ ਦੋਹਾਂ ਯਾਨੀ ਰਵਿਦਾਸ ਤੇ ਬ੍ਰਾਹਮਣਾ ਕੋਲ ਠਾਕੁਰ ਜੀ ਆ ਗਏ ਤਾਂ ਦੋਹਾਂ ਨੇ ਪੂਜਾ ਸੇਵਾ ਕਰਨੀ। ਜੇ ਇੱਕ ਕੋਲ ਆਏ ਤਾਂ ਉਹੀ ਇੱਕ ਸੇਵਾ ਪੂਜਾ ਕਰਨ ਦਾ ਅਧਿਕਾਰੀ ਹੋਵੇਗਾ। ਜਿਸ ਕੋਲ ਠਾਕੁਰ ਜੀ ਆ ਜਾਵਣਗੇ ਅਤੇ ਜੇ ਦੋਹਾਂ ਕੋਲ ਹੀ ਨਾ ਆਏ ਤਾਂ ਫਿਰ ਮੈਂ ਇਹ ਸਮਝ ਲਵਾਂਗਾ ਕਿ ਇਹ ਠਾਕੁਰ ਕੋਈ ਨਹੀਂ, ਪੱਥਰ ਦਾ ਵੱਟਾ ਹੀ ਹੈ। ਐਵੇਂ ਬ੍ਰਾਹਮਣਾਂ ਨੇ ਜਗਤ ਨੂੰ ਲੁੱਟਣ ਦਾ ਢਕਵੰਜ ਖੜਾ ਕੀਤਾ ਹੋਇਆ ਹੈ। ਹੁਣ ਦਰਿਆਓ ਦੇ ਕੰਢੇ 'ਤੇ ਚੱਲੋ ਅਤੇ ਆਪੋ ਆਪਣੇ ਠਾਕੁਰ ਜੀ ਨੂੰ ਆਪਣੇ ਆਪਣੇ ਕੋਲ ਬੁਲਾਓ ਤਾਂ ਕਿ ਇਸ ਗੱਲ ਦਾ ਨਿਰਣਾ ਹੋ ਜਾਏ। ਠਾਕੁਰ ਜੀ ਦੀ ਸੇਵਾ ਪੂਜਾ ਭਗਤੀ ਬ੍ਰਾਹਮਣ ਹੀ ਕਰਨ ਦੇ ਹੱਕਦਾਰ ਹਨ ਜਾਂ ਹੋਰ ਕੋਈ ਵੀ ਕਰ ਸਕਦਾ ਹੈ। ਬਾਦਸ਼ਾਹ ਦੇ ਇਸ ਹੁਕਮ ਨੂੰ ਸੁਣ ਕੇ ਭਗਤ ਜੀ ਤੇ ਬ੍ਰਾਹਮਣ ਦਰਿਆ ਦੇ ਕੰਢੇ ਪਰ ਆ ਗਏ। ਬਾਦਸ਼ਾਹ ਵੀ ਆਪਣੇ ਦਰਬਾਰੀ ਲੋਕਾਂ ਸਣੇ ਦਰਿਆ ਦੇ ਕੰਢੇ ਪਰ ਦਰਬਾਰ ਲਾ ਕੇ ਬੈਠ ਗਿਆ।
ਹੋਰ ਨਗਰ ਵਾਸੀ ਤੇ ਆਲੇ ਦੁਆਲੇ ਦੇ ਨਗਰਾਂ ਦੇ ਵਸਨੀਕ ਇਸ ਕੌਤਕ ਨੂੰ ਵੇਖਣ ਵਾਸਤੇ ਆਣ ਜੁੜੇ। ਕਿਤੇ ਕੋਈ ਬ੍ਰਾਹਮਣ ਇਕੱਲਾ ਬੈਠਾ ਠਾਕੁਰ ਜੀ ਦਾ ਆਵਾਹਨ ਕਰ ਰਿਹਾ ਹੈ, ਕੋਈ ਗਾਇਤਰੀ ਜਪ ਕੇ ਪ੍ਰਭੂ ਨੂੰ ਆਵਾਜ਼ਾਂ ਮਾਰ ਰਿਹਾ ਹੈ, ਕੋਈ ਹੋਮ ਜਗ ਆਦਿਕ ਵਿਧੀ ਕਰਕੇ ਪ੍ਰਭੂ ਨੂੰ ਬੁਲਾ ਰਿਹਾ ਹੈ। ਪਰ ਭਗਤ ਰਵਿਦਾਸ ਜੀ ਤਾਂ ਚੁੱਪ ਕਰਕੇ ਬੈਠੇ ਹੋਏ ਹਨ। ਜਦ ਇਸ ਤਰ੍ਹਾਂ ਨਾਲ ਆਵਾਹਨ ਕਰਦਿਆਂ 2-3 ਪਹਿਰ ਬੀਤ ਗਏ, ਬ੍ਰਾਹਮਣ ਵੇਦ ਪੁਰਾਣ ਸਿਮਰਤੀਆਂ ਦੇ ਮੰਤਰਾਂ ਦੁਆਰੇ ਆਵਾਹਨ ਕਰ ਥੱਕ ਗਏ, ਜਗ ਹੋਮ ਤੇ ਜਪ ਦੁਆਰੇ ਬੁਲਾਉਂਦੇ ਥੱਕ ਗਏ, ਤੰਤਰਾਂ ਮੰਤਰਾਂ ਜੰਤਰਾਂ ਨਾਲ ਵੀ ਆਵਾਜ਼ਾਂ ਮਾਰ ਕੇ ਥੱਕ ਗਏ। ਧਾਰਨਾ ਧਿਆਨ ਸਮਾਧੀ ਆਦਿਕ ਯੋਗ ਦੇ ਤਰੀਕੇ ਵੀ ਵਰਤ ਚੁੱਕੇ, ਪਰ ਠਾਕੁਰ ਜੀ ਬਿਲਕੁਲ ਨਹੀਂ ਆਏ। ਆਉਣ ਤਾਂ ਕਿਤੇ ਰਿਹਾ, ਠਾਕੁਰ ਜੀ ਦੀ ਪ੍ਰਿਅੰਕੀ ਰਤਾ ਪਰ ਵੀ ਆਪਣੀ ਜਗ੍ਹਾ ਤੋਂ ਨਾ ਹਿੱਲੀ। ਮਤਲਬ ਠਾਕੁਰ ਜੀ ਦੀ ਮੂਰਤੀ ਜਰਾ ਵੀ ਆਪਣੀ ਜਗ੍ਹਾ ਤੋਂ ਨਹੀਂ ਹਿੱਲੀ। ਤਾਂ ਬਾਦਸ਼ਾਹ ਨੇ ਭਗਤ ਰਵਿਦਾਸ ਨੂੰ ਕਿਹਾ, ਹੁਣ ਤੁਸੀਂ ਠਾਕੁਰ ਜੀ ਨੂੰ ਬੁਲਾਓ। ਜੇਕਰ ਤੁਹਾਡੀ ਪੁਕਾਰ ਵੀ ਪ੍ਰਭੂ ਨੇ ਸੁਣੀ ਅਨਸੁਣੀ ਕਰ ਦਿੱਤੀ ਤਾਂ ਫਿਰ ਇਹ ਐਵੇਂ ਭਗਤੀ ਦਾ ਢਕੌਂਸਲਾ ਹੀ ਬਣਿਆ ਹੋਇਆ ਹੈ। ਜਾਂ ਤੁਹਾਡੀ ਭਗਤੀ ਠੀਕ ਨਹੀਂ, ਜਾਂ ਇਹ ਠਾਕੁਰ ਠੀਕ ਨਹੀਂ। ਇਸ ਲਈ ਛੇਤੀ ਕਰੋ ਅਤੇ ਆਪਣੇ ਪ੍ਰਭੂ ਨੂੰ ਬੁਲਾ ਕੇ ਆਪਣੀ ਸੱਚੀ ਤੇ ਸੁੱਚੀ ਭਗਤੀ ਦਾ ਨਮੂਨਾ ਸਾਰੀ ਦੁਨੀਆ ਨੂੰ ਵਿਖਾ ਦਿਓ, ਤਾਂ ਕਿ ਫਿਰ ਕੋਈ ਪੰਡਤ ਜਾਂ ਬ੍ਰਾਹਮਣ ਜਾਂ ਵੇਦ ਵਕਤਾ ਇਹ ਨਾ ਕਹਿ ਸਕੇ ਕਿ ਰਵਿਦਾਸ ਨੂੰ ਭਗਤੀ ਕਰਨ ਦਾ ਹੱਕ ਨਹੀਂ ਹੈ। ਬਾਦਸ਼ਾਹ ਦੀ ਇਹ ਦੁਬਾਰਾ ਹੋਈ ਆਗਿਆ ਨੂੰ ਸੁਣ ਕੇ ਭਗਤ ਰਵਿਦਾਸ ਜੀ ਪ੍ਰੇਮ ਭਰੀ ਦਸ਼ਾ ਵਿੱਚ ਪ੍ਰਾਰਥਨਾ ਕਰਨ ਲੱਗ ਪਏ। ਕੂਪ ਭਰਿਓ ਜੈਸੇ ਦਾਦਰਾ, ਕਛੁ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਬਿਖਿਆ ਮੀ ਮੋਹਿਆ, ਕਛੁ ਆਰਾ ਪਾਰ ਨਾ ਸੂਝ, ਸਗਲ ਪਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ। ਜਦ ਇਸ ਸ਼ਬਦ ਦਾ ਭੋਗ ਪਿਆ ਤਾਂ ਸਭ ਨੇ ਵੇਖਿਆ ਕਿ ਭਗਤ ਜੀ ਵਾਲੇ ਠਾਕੁਰ ਜੀ ਦੀ ਚੌਂਕੀ ਪਾਰ ਦੇ ਕੰਢੇ ਤੋਂ ਟੁਰ ਪਈ ਹੈ। ਇੱਧਰ ਭਗਤ ਜੀ ਨੇ ਉਸੇ ਪ੍ਰੇਮ ਭਰੀ ਅਵਸਥਾ ਵਿੱਚ ਦੂਜਾ ਸ਼ਬਦ ਇੱਕ ਹੋਰ ਉਚਾਰਿਆ, ਹਮਸਰ ਦੀਨ ਦਇਆਲ ਨ ਤੁਮਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ, ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਅਜੇ ਇਸ ਸ਼ਬਦ ਦਾ ਭੋਗ ਵੀ ਨਹੀਂ ਪਿਆ ਸੀ ਕਿ ਰਵਿਦਾਸ ਜੀ ਦੇ ਠਾਕੁਰ ਇਹਨਾਂ ਦੀ ਗੋਦ ਵਿੱਚ ਆ ਬਿਰਾਜੇ। ਅਜਿਹਾ ਅਦਭੁਤ ਚਮਤਕਾਰ ਵੇਖ ਕੇ ਬ੍ਰਾਹਮਣ ਸ਼ਰਮਿੰਦੇ ਹੁੰਦੇ ਘਰ ਨੂੰ ਉੱਠ ਕੇ ਚਲੇ ਗਏ। ਸਾਰੇ ਜਗਤ ਉੱਤੇ ਭਗਤ ਜੀ ਦਾ ਜਸ ਫੈਲ ਗਿਆ। ਸੰਤ ਜਨਾਂ ਦੀ ਅਜਿਹੀ ਲੀਲਾ ਪ੍ਰਭੂ ਦੇ ਮਨ ਨੂੰ ਮੋਹਣ ਵਾਲੀ ਹੁੰਦੀ ਹੈ। ਇਸੇ ਲਈ ਪ੍ਰਭੂ ਜੀ ਕਹਿੰਦੇ ਹਨ ਕਿ ਮੇਰੇ ਭਗਤ ਜਨਾਂ ਦੇ ਵਿਰੋਧੀ ਜਿਹੜੇ ਹੁੰਦੇ ਹਨ, ਮੈਂ ਉਹਨਾਂ ਨੂੰ ਭਗਤ ਜਨਾਂ ਦੇ ਅਨੁਕੂਲ ਸਮਝਦਾ ਹਾਂ, ਕਿਉਂਕਿ ਭਗਤ ਜਨਾਂ ਦੀ ਮਹਿਮਾ ਰੂਪ ਮਨੀ ਇੱਕ ਕੋਠੇ ਵਿੱਚ ਲੁਕੀ ਹੋਈ ਹੈ। ਉਹਨਾਂ ਵਿਰੋਧੀ ਪੁਰਸ਼ਾਂ ਦੀ ਵਿਰੋਧਤਾ ਉਸ ਕੋਠੇ ਦੀ ਕੁੰਜੀ ਹੈ। ਜਿਸ ਵੇਲੇ ਕੋਈ ਭਗਤ ਜਨਾਂ ਦੀ ਵਿਰੋਧਤਾ ਕਰਦਾ ਹੈ, ਉਸੇ ਵੇਲੇ ਭਗਵਾਨ ਨੂੰ ਆਪਣੇ ਭਗਤ ਜਨਾਂ ਦੀ ਮਹਿਮਾ ਪ੍ਰਗਟ ਕਰਨ ਦਾ ਮੌਕਾ ਮਿਲ ਜਾਂਦਾ ਹੈ। ਇਸ ਲਈ ਵਿਰੋਧੀਆਂ ਦੀ ਵਿਰੋਧਤਾ ਦੇ ਹੁੰਦੇ ਹੀ ਪ੍ਰਭੂ ਨੇ ਆਪਣੇ ਭਗਤ ਜਨ ਦਾ ਜਸ ਸਾਰੇ ਜੱਗ ਵਿੱਚ ਪ੍ਰਕਾਸ਼ ਕਰ ਦਿੱਤਾ। ਸਾਰੇ ਆਖ ਲਈਏ, ਧੰਨ ਧੰਨ ਰਵਿਦਾਸ ਭਗਤ ਜੀ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ।